मैं तुहानू सारिਆਂ ਨੂੰ ਇੱਥੇ ਵੈਲਕਮ ਕਰਨਾ। ਵਿਜ਼ੂਅਲ ਮੀਡੀਆ, ਪ੍ਰਿੰਟ ਮੀਡੀਆ, ਅੱਜ ਸੰਡੇ ਦਾ ਦਿਨ ਹੈ, ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ। 1980 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਬਣੀ ਸੀ ਅਪ੍ਰੈਲ ਦੇ 6 ਅਪ੍ਰੈਲ ਨੂੰ, ਤੇ ਅਸੀਂ ਤਕਰੀਬਨ 42 ਸਾਲ 42 ਈਅਰਸ ਮੁਕੰਮਲ ਕੀਤੇ, ਜਿੱਥੇ ਅਸੀਂ ਇਹਨਾਂ 42 ਸਾਲਾਂ 'ਚ ਇੱਕ ਲੰਬਾ ਸਫ਼ਰ ਕੀਤਾ ਰਾਜਨੀਤੀ ਦੇ ਵਿੱਚ। ਉੱਥੇ ਅਸੀਂ ਸਮਾਜ ਨੂੰ ਬਦਲਣ ਦੀ ਵੀ ਗੱਲ ਕੀਤੀ ਹੈ, ਹਰ ਢੰਗ ਨਾਲ, ਹਰ ਜਗ੍ਹਾ। ਤੇ ਸਾਡਾ ਜਿਹੜਾ ਮੇਨ ਨਿਸ਼ਾਨਾ ਹੈ ਉਹ ਇਹ ਹੈ ਕਿ सबका साथ, सबका विकास, सबका विश्वास और सबका प्रयास। ਇਹਦੇ ਲਈ ਸਾਰਿਆਂ ਨੂੰ ਮਿਲ ਕੇ ਚੱਲਣਾ ਪਏਗਾ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗਰਾਊਂਡ ਤੇ ਜਾ ਕੇ ਸੱਚ ਨੂੰ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਸੋ ਕਿਸਾਨੀ ਇੱਕ ਐਸਾ ਮੁੱਦਾ ਹੈ ਜਿਹਦੇ ਨਾਲ ਦੇਸ਼ ਦਾ ਹਰ ਵਿਅਕਤੀ ਜੁੜਿਆ ਹੋਇਆ ਹੈ। ਕਿਸਾਨੀ ਕੇਵਲ ਫਸਲ ਪੈਦਾ ਕਰਨੀ ਹੀ ਨਹੀਂ, ਕਿਸਾਨ ਜਿਹੜਾ ਹੈ ਉਹ ਹਰ ਇੱਕ ਲਈ, ਚਾਹੇ ਕੋਈ ਇਨਸਾਨ ਹੈ, ਚਾਹੇ ਕੋਈ ਜਾਨਵਰ ਹੈ, ਕੋਈ ਵੀ ਹੈ, ਉਹ ਜਿਹੜਾ ਹੈ ਉਹ ਇਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ ਕਿਸਾਨ ਦੀ ਮਿਹਨਤ ਤੋਂ ਬਿਨਾਂ। ਸੋ ਅਸੀਂ ਉਸ ਕਿਸਾਨ ਦੇ ਪ੍ਰਤੀ ਕੀ ਕੀਤਾ ਇਹ ਅਸੀਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ। 2014 ਦੇ ਵਿੱਚ ਮੋਦੀ ਸਾਹਿਬ ਦੀ ਗਵਰਨਮੈਂਟ ਆਈ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸਰਕਾਰ ਸੀ, ਉਦੋਂ ਵੀ ਸਵਾਮੀਨਾਥਨ ਕਮਿਸ਼ਨ ਜਿਹੜਾ ਹੈ ਉਹਦਾ ਗਠਨ ਕੀਤਾ ਗਿਆ ਸੀ ਤਾਂ ਕਿ ਕਿਸਾਨ ਦੀ ਆਮਦਨੀ ਦੁੱਗਣੀ ਕੀਤੀ ਜਾ ਸਕੇ। ਲੇਕਿਨ ਉਸ ਤੋਂ ਬਾਅਦ ਫਿਰ ਜਦੋਂ ਰਿਪੋਰਟ ਆਈ ਉਦੋਂ ਕਾਂਗਰਸ ਦੀ ਸਰਕਾਰ ਆ ਗਈ ਤੇ ਉਹ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਬੰਦ ਲਿਫਾਫਿਆਂ ਦੇ ਵਿੱਚ ਹੀ ਪਈ ਰਹੀ। ਸੋ ਜਦੋਂ ਵਾਪਸ ਆਏ ਮੋਦੀ ਸਾਹਿਬ ਨੇ ਇਸ ਰਿਪੋਰਟ ਨੂੰ ਦੁਬਾਰਾ ਲਿਆਂਦਾ ਤੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸਾਨ ਨੂੰ ਜਿਹੜਾ ਉਹਦੇ ਲਾਗੂ ਕੀਤੀ ਜਾਵੇ। ਤੇ ਪਿਛਲੇ ਤਕਰੀਬਨ 7 ਸਾਲਾਂ 'ਚ ਪਹਿਲਾਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੇਵਲ ਜਿਹੜਾ 2009 ਤੋਂ 2014 ਵਾਲੇ 5 ਸਾਲ ਸੀ, ਕੇਵਲ 8% ਜਿਹੜਾ ਹੈ ਇਹ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਈ ਸੀ। ਸੋ ਨਾਓ ਹੁਣ ਤੱਕ 38% ਹੋ ਚੁੱਕੀ ਹੈ, 38% 2014 ਤੋਂ ਬਾਅਦ। तो असी उस तो इलावा ये कली एक चीज़ नहीं हैगी, दिस इज़ नॉट ओनली वन थिंग कि असी कीमतां वधाईआं ने। असी जिथे भी लोड़ पई जे किसान नूं फसल अच्छा बीज, पहला एक यूनीवर्सिटी हुंदी सीगी साडे सेंट्रल यूनीवर्सिटी, हुण पिछले किसान वास्ते एग्रीकल्चर सेंट्रल यूनीवर्सिटी, नाउ वी हैव क्रिएटेड 2 more in यूनीवर्सिटी ड्यूरिंग द लास्ट 8 years। 2 ਨਵੀਆਂ ਯੂਨੀਵਰਸਿਟੀਜ਼ ਜਿਹੜੀਆਂ ਕਿਸਾਨੀ ਦੀ ਡਿਵੈਲਪਮੈਂਟ ਵਾਸਤੇ ਆ ਗਈਆਂ। ਉਸ ਤੋਂ ਇਲਾਵਾ ਜਿਹੜਾ ਤੁਹਾਡਾ ਯੂਰੀਆ ਦੀ ਬਲੈਕ ਹੁੰਦੀ ਸੀਗੀ, ਕਈ ਪਾਸੇ ਯੂਜ਼ ਹੁੰਦਾ ਸੀ, ਅਸੀਂ ਨੀਮ ਕੋਟਡ ਯੂਰੀਆ ਜਿਹੜਾ ਹੈ ਉਹ ਵੀ ਕੀਤਾ ਤਾਂ ਕਿ ਉਹਨੂੰ ਕਿਸੇ ਤਰ੍ਹਾਂ ਮਿਸਯੂਜ਼ ਨਾ ਹੋ ਸਕੇ ਔਰ ਕੇਵਲ ਤੇ ਕੇਵਲ ਖੇਤੀ ਦੇ ਕੰਮ ਹੀ ਆਵੇ। ਉਸ ਤੋਂ ਇਲਾਵਾ ਕਿਸਾਨ ਸਨਮਾਨ ਯੋਜਨਾ ਹੁਣ ਵੀ ਜਿਹੜੀ ਹੈ 2000 ਜਿਹੜੀ ਹੈ ਉਹਦੀ ਕਿਸ਼ਤ ਆਉਣ ਵਾਲੀ ਹੈ। ਪਹਿਲਾਂ ਅਸੀਂ 2 ਹੈਕਟੇਅਰ ਤੱਕ ਰੱਖਿਆ ਸੀਗਾ ਕਿ 2 ਹੈਕਟੇਅਰ ਤੱਕ ਜਿਹੜੀ ਜ਼ਮੀਨ ਦੀ ਮਾਲਕੀ ਹੈ ਕੇਵਲ ਉਸ ਕਿਸਾਨ ਨੂੰ ਦਿੱਤਾ ਜਾਵੇ। ਨਾਓ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਅਸੀਂ ਸਾਰਿਆਂ ਲਈ ਤੇ ਕਿਸਾਨ ਸਨਮਾਨ ਯੋਜਨਾ ਜਿਹੜੀ ਹੈ ਉਹ ਸਾਰੇ ਕਿਸਾਨਾਂ ਨੂੰ ਮਿਲੇਗੀ। ਤੇ ਇਸ ਤਰ੍ਹਾਂ ਤਕਰੀਬਨ 6000 ਰੁਪਇਆ ਇਹਦਾ ਲਾਭ ਜਿਹੜਾ ਤੁਹਾਨੂੰ ਅਸੀਂ ਕਰ ਦਿੰਦੇ ਹਾਂ ਕਿ ਕਿੰਨੇ ਕਿਸਾਨ ਇਹਦਾ ਜਿਹੜਾ ਲਾਭ ਉਠਾ ਚੁੱਕੇ ਹੈ। ਇਸ ਵੇਲੇ ਤੱਕ ਸਾਰੀਆਂ ਸਟੇਟਾਂ ਦੇ ਵਿੱਚ ਹੈਗਾ। ਸੋ 11 ਕਰੋੜ 78 ਲੱਖ ਜਿਹੜੀਆਂ ਹੈ ਕਿਸਾਨ ਫੈਮਲੀਜ਼ ਜਿਹੜੀਆਂ ਉਹਨਾਂ ਨੂੰ ਫਾਇਦਾ ਇਹਦਾ ਹੋ ਚੁੱਕਾ ਹੈ। ਸੋ ਬਿਗ ਨੰਬਰ ਹੈ। ਇਸ ਤੋਂ ਇਲਾਵਾ 1.29 ਲੱਖ ਕਰੋੜ ਰੁਪਇਆ ਜਿਹੜਾ ਹੈ ਉਹ ਕੋਵਿਡ-19 ਦੇ ਵਿੱਚ ਕਿਸਾਨਾਂ ਨੂੰ ਦਿੱਤਾ ਗਿਆ ਤੇ ਇਹ ਜਿਹੜਾ 10 ਇੰਸਟਾਲਮੈਂਟ ਆਲਰੇਡੀ ਫਾਰਮਰਸ ਨੂੰ ਦਿੱਤੀਆਂ ਜਾ ਚੁੱਕੀਆਂ।
ਇਸੇ ਤਰ੍ਹਾਂ ਹੀ ਕਿਸਾਨ ਕ੍ਰੈਡਿਟ ਕਾਰਡ ਹੈਗਾ, ਤੇ ਕਿਸਾਨ ਨੂੰ ਕਿਸੇ ਤੋਂ ਆਪ ਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਐਗਰੀਕਲਚਰ ਜਿਹੜਾ ਸਾਡਾ ਲੋਨ ਹੈ ਬਹੁਤ ਚੀਪ ਹੈਗਾ, ਔਰ ਜਿਹੜਾ ਮਾਰਕੀਟ ਦੇ ਵਿੱਚ ਜੋ ਲੋਕਾਂ ਨੂੰ ਲੱਗਦਾ ਹੈ, ਦੇਖਣ ਨੂੰ ਤਾਂ ਕਹਿ ਦਿੰਦੇ ਜੀ 2 ਰੁਪਏ ਸੈਂਕੜਾ ਹੈ, ਪਰ ਉਹ ਘੱਟੋ ਘੱਟ 24% ਬਣਦਾ, ਲੇਕਿਨ 2% ਤੇ ਮਿਲਦਾ ਨਹੀਂ, ਮਿਲਦਾ 4% ਤੋਂ ਵੀ ਜ਼ਿਆਦਾ 48% ਤੱਕ ਇਹ ਜਿਹੜਾ ਇਹਨਾਂ ਨੂੰ ਲੋਨ ਜਿਹੜਾ ਇਸ ਵੈਰੀ ਕਾਸਟਲੀ। ਦੂਜੀ ਗੱਲ ਹੈਗੀ ਹੈ ਸੋਇਲ ਹੈਲਥ ਕਾਰਡ, ਜਿਹੜੀ ਖੇਤਾਂ ਦੀ ਹੈ, ਇਹਨਾਂ ਦੀ ਅਸੀਂ ਸਾਰਿਆਂ ਦਾ ਸੋਇਲ ਟੈਸਟਿੰਗ ਹੁੰਦੀ ਹੈ, ਔਰ 11,531 ਨਿਊ ਲੈਬੋਰਟਰੀਜ਼ ਜਿਹੜੀਆਂ ਲੈਬਸ ਜਿਹੜੀਆਂ ਉਹ ਕਿਸਾਨਾਂ ਵਾਸਤੇ ਬਣਾਈਆਂ ਗਈਆਂ। ਹਾਂਜੀ 11,531 11,531 ਨਿਊ ਲੈਬਸ ਜਿਹੜੀਆਂ ਹੈਜ਼ ਬੀਨ। ਉਸ ਤੋਂ ਬਾਅਦ 107 ਜਿਹੜੀਆਂ 107 ਮੋਬਾਈਲ ਲੈਬਸ ਵੀ ਬਣਾਈਆਂ ਨੇ, ਤਾਂ ਕਿ ਪਿੰਡਾਂ 'ਚ ਜਾ ਕੇ ਇਹਨਾਂ ਦਾ ਅਸੀਂ ਕਰ ਸਕੀਏ, ਔਰ ਉਹ ਸੈਂਪਲ ਜਿਹੜੇ ਆ ਟੈਸਟ ਕਰਕੇ। ਤੇ ਇਸੇ ਤਰ੍ਹਾਂ ਕਿਸਾਨ ਬੀਮਾ ਯੋਜਨਾ, ਇਹਦੇ ਤੇ ਜਿਹੜੀ ਹੈ ਅਸੀਂ 36 ਕਰੋੜ ਫਾਰਮਰਸ ਦੀਆਂ ਐਪਲੀਕੇਸ਼ਨਸ ਇਹਦੇ ਵਾਸਤੇ ਅਪਰੂਵ ਹੋਈਆਂ, ਜਿਹੜਾ ਔਰ ਉਹਨਾਂ ਚੋਂ 1,07,059 ਕਰੋੜ ਜਿਹੜੇ ਕਲੇਮਸ ਹੈ ਉਹ ਦਿੱਤੇ ਵੀ ਜਾ ਚੁੱਕੇ ਆ। ਇਹਦੇ 'ਚ ਅਸੀਂ 1,36 ਕਰੋੜ ਫਾਰਮਰਸ ਐਪਲੀਕੇਸ਼ਨਸ ਹੈਵ ਬੀਨ ਇਸ਼ੂਡ, ਇਹਨਾਂ ਨੂੰ ਇੰਸ਼ੋਰੈਂਸ ਹੋ ਚੁੱਕੀ ਹੈ, ਉਹਨਾਂ ਦੇ ਜਿਹੜੀਆਂ ਪਾਲਿਸੀ ਜਾ ਚੁੱਕੀਆਂ। 1,07,059 ਕਰੋੜ ਜਿਹੜਾ ਲੋਕਾਂ ਨੂੰ ਕਲੇਮ ਵੀ ਦਿੱਤਾ ਜਾ ਸਕਿਆ। ਮੇਰੀ ਪਾਲਿਸੀ ਮੇਰੇ ਹੱਥ ਜਿਹੜਾ ਇਹ ਡੋਰ ਸਟੈਪ ਤੇ ਜਾ ਕੇ ਹੈ, ਤੇ ਇਹਨਾਂ 'ਚ 80% ਫਾਰਮਰਸ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਇਹ ਦਿੱਤਾ ਜਾ ਚੁੱਕਾ ਹੈ। ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਧਨ ਯੋਜਨਾ, ਹਰ ਕਿਸਾਨ ਨੂੰ 3,000 ਰੁਪਇਆ ਪੈਨਸ਼ਨ ਜਿਹੜੀ ਹੈ ਉਹਦੇ ਵਾਸਤੇ ਪ੍ਰੋਵੀਜ਼ਨ ਸਰਕਾਰ ਨੇ ਬਣਾਈ ਹੈ। ਇਹਦੇ ਵਾਸਤੇ 31 ਜਨਵਰੀ ਤੋਂ ਹੋਣੇ ਸ਼ੁਰੂ ਹੋਈ ਹੈ। 21,86,918 ਫਾਰਮਰ ਜਿਹੜੇ ਆ ਉਹ ਅਨਰੋਲ ਹੋ ਚੁੱਕੇ ਆ ਇਸ ਵੇਲੇ ਤੱਕ। ਪ੍ਰਧਾਨ ਮੰਤਰੀ ਕ੍ਰਿਸ਼ੀ ਸੰਚਯ ਯੋਜਨਾ 2015-16 ਤੋਂ ਚੱਲ ਰਹੀ ਹੈ। ਇਹ ਸਿੰਚਾਈ ਯੋਜਨਾ ਆ, ਇਹਦੇ 'ਚ ਜਿਹੜਾ ਪਾਣੀ ਜਿਹੜਾ ਆ ਇਹ ਅਸੀਂ ਫਾਰਮਰਸ ਨੂੰ ਪ੍ਰੋਵਾਈਡ ਕਰ ਰਹੇ ਹਾਂ। ਇਸ ਤੋਂ ਇਲਾਵਾ ਸੋਲਰ ਜਿਹੜੇ ਆ ਤੁਹਾਡੇ ਉਹ ਲਾ ਰਹੇ ਆ ਪੰਪ, ਜਿਨ੍ਹਾਂ ਦੇ ਰਾਹੀਂ ਪਾਣੀ ਜਿਹੜਾ ਸਸਤਾ ਨਿਕਲ ਜਾਏ, ਔਰ ਜਿਹੜਾ ਹੁਣ ਜਿਹੜਾ ਨਵਾਂ ਕਨਸੈਪਟ ਸੀ, ਪਿੱਛੇ ਵੀ ਚੱਲਿਆ ਸੀ, ਨੈਸ਼ਨਲ ਐਗਰੀਕਲਚਰ ਮਾਰਕੀਟ, ਮਾਰਕੀਟਿੰਗ ਦਾ। ਨੈਸ਼ਨਲ ਐਗਰੀਕਲਚਰ ਮਾਰਕੀਟ ਦੇ ਨਾਲ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜੋੜ ਕੇ ਉਹਦੇ 'ਚ ਸਰਕਾਰ ਮਦਦ ਕਰ ਰਹੀ ਹੈ, ਤਾਂ ਕਿ ਦੂਰ ਬੈਠਾ ਵੀ ਬੰਦਾ ਆਪਣੀ ਇਹਨੂੰ ਚੀਜ਼ ਨੂੰ ਦੂਜੇ ਕਿਤੇ, ਜੇ ਪੰਜਾਬ 'ਚ ਬੈਠਾ ਬੰਦਾ ਉਹ ਅਸਾਮ 'ਚ ਵੀ ਇਹਨੂੰ ਵੇਚ ਸਕੇ। ਹੁਣ ਤੱਕ 415 ਮੰਡੀ ਜਿਹੜੀਆਂ ਜਿਹੜੀਆਂ ਮਾਰਕੀਟਸ ਹੈਗੀਆਂ, ਟੋਟਲ ਨੰਬਰ ਜੋੜ ਕੇ 1,000 ਅਕ੍ਰੋਸ ਦੀ 18 ਸਟੇਟ ਬਣ ਚੁੱਕੀਆਂ ਨੇ ਇਸ ਵੇਲੇ ਤੱਕ। 3 ਯੂਨੀਅਨ ਟੈਰੀਟਰੀ ਦੇ ਵਿੱਚ ਵੀ 1,000 ਮੰਡੀ ਆਲਰੇਡੀ ਜਿਹੜੀ ਹੈ ਮਾਰਕੀਟਸ ਜਿਹੜੀਆਂ ਇਜ਼ ਆਪਰੇਟਿੰਗ ਇਨ ਦਾ ਕੰਟਰੀ। $1.72 ਕਰੋੜ ਫਾਰਮਰਸ ਨੇ ਆਪਣੇ ਆਪ ਨੂੰ ਇਹਦੇ 'ਚ ਰਜਿਸਟਰ ਕੀਤਾ, ਤੇ 1,82,000 ਕਰੋੜ ਦਾ ਇਹ 1.82 ਲੱਖ ਕਰੋੜ ਰੁਪਏ ਦਾ ਬਿਜ਼ਨਸ ਇਹਦੇ 'ਚ ਹੋ ਚੁੱਕਾ ਹੈ। ਇਸੇ ਤਰ੍ਹਾਂ ਹੀ ਸਭ ਜਿਹੜਾ ਇਹਦਾ ਪ੍ਰਾਪਰਟੀ ਹੈ ਰਾਈਟ ਜਿਹੜਾ ਆ ਉਹਦੇ ਦੇਣ ਲਈ ਵੀ ਸਰਕਾਰ ਨੇ ਸਕੀਮ ਬਣਾਈ ਹੈ, ਤਾਂ ਕਿ ਲੋਕਾਂ ਨੂੰ
ਥਾਣਿਆਂ ਕਚਹਿਰੀਆਂ ਜਾਂ ਅਦਾਲਤਾਂ ਜਾ ਕੇ ਘੁੰਮਦਾ ਨਾ ਫਿਰੇ, ਉਹਦਾ ਜਿਹੜਾ ਰਿਕਾਰਡ ਹੈ ਉਹਨੂੰ ਆਪਣੇ ਆਪ ਹੀ ਜਿਹੜਾ ਉਹ ਮਿਲਦਾ ਜਾਵੇ। ਇਹ ਜਿਹੜੀਆਂ ਕੀਮਤਾਂ ਵਧੀਆ ਨੇ ਇਹ ਤੁਹਾਨੂੰ ਸਾਰਿਆਂ ਨੂੰ ਅਸੀਂ ਨਾਲ ਦੇ ਰਹੇ ਹਾਂ। ਇਸ ਤੋਂ ਇਲਾਵਾ ਜ਼ਿਆਦਾ ਇੰਟਰਸਟ ਹੋਏਗਾ ਕਿ ਪੰਜਾਬ ਦਾ ਵੀ ਜਿਹੜਾ ਕਿਸਾਨ ਹੈਗਾ ਬੈਨੀਫਿਸ਼ਰੀ ਹੈ, ਜਿੱਥੇ ਅਸੀਂ ਬੈਠੇ ਹਾਂ ਸਾਡੀ ਹੋਮ, ਉਹਦੇ 23,41,770 ਜਿਹੜੇ ਆ ਟੋਟਲ ਨੰਬਰ ਆਫ ਬੈਨੀਫਿਸ਼ਰੀਜ਼ ਹੈਗੇ ਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਨੇ, ਤੇ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਬੈਨੀਫਿਟ ਉਹ ਲੈ ਰਹੇ ਹੈਗੇ ਆ। ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਇੰਸਟਾਲਮੈਂਟ ਮਿਲ ਚੁੱਕੀ ਹੈ ਉਹਨਾਂ ਦੀ ਗਿਣਤੀ ਹੈ 23,38,790। ਤਾਂ ਇਹ ਸਾਰਾ ਇਸ ਤਰ੍ਹਾਂ ਪੂਰੀ ਡਿਟੇਲ ਹੈਗੀ ਹੈ। ਸੋ ਪੰਜਾਬ ਦਾ ਵੀ ਫਾਰਮਰ ਜਿਹੜਾ ਹੈ ਇਹਦੇ ਨਾਲ ਬੈਨੀਫਿਟ ਉਠਾ ਰਿਹਾ। ਇਸ ਤੋਂ ਇਲਾਵਾ ਗੰਨੇ ਦੀ ਵੀ FRP ਵਧਾਈ ਗਈ ਹੈ। ਸੋ ਬੇਸਿਕਲੀ ਸਰਕਾਰ ਬੀਜ ਤੋਂ ਲੈ ਕੇ ਮੰਡੀਕਰਨ ਤੱਕ, ਫਰਮ ਸੀਡ ਟੂ ਸੇਲ, ਅਸੀਂ ਇਹਦੇ ਲਈ ਜਿਹੜੇ ਕਿਸਾਨ ਦੇ ਨਾਲ ਖੜੇ ਹੈਗੇ ਆ। ਇਹ ਚੀਜ਼ਾਂ ਪਿਛਲੇ 8 ਸਾਲ ਤੋਂ 2014 ਤੋਂ ਲੈ ਕੇ ਅਸੀਂ ਆਪਣੀ ਕਮਿਟਮੈਂਟ ਹੈਗੀ ਹੈ ਕਿ ਕਿਸਾਨ ਦੀ ਆਮਦਨੀ ਦੁੱਗਣੀ ਕਰਨੀ ਹੈ। ਕਿਸਾਨ ਦੀ ਆਮਦਨੀ ਨਾਲ ਇਕੱਲੀ ਨਹੀਂ, ਅਸੀਂ ਆਰਗੈਨਿਕ ਫਾਰਮਿੰਗ ਨੂੰ ਵੀ ਪ੍ਰਮੋਟ ਕਰਨਾ, ਫਿਸ਼ਰੀਜ਼ ਨੂੰ ਵੀ ਪ੍ਰਮੋਟ ਕਰਨਾ, ਔਰ ਸਾਰੀਆਂ ਹੀ ਜਿਹੜੀਆਂ ਖੇਤੀ ਦੇ ਜਿਹੜੇ ਧੰਦੇ ਆ ਇਹ ਲਾਹੇਵੰਦ ਹੋਣ, ਇਹਨਾਂ ਲਈ ਜਿਹੜੀ ਹੈ ਕੇਂਦਰ ਦੀ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਯਤਨ ਕਰ ਰਹੀ। ਥੈਂਕ ਯੂ ਸਰ। ਤੁਸੀਂ ਉਪਲਬਧੀਆਂ ਗਿਣਵਾ ਰਹੇ ਹੋ ਕਿ ਕੇਂਦਰ ਦੀ ਉਪਲਬਧੀਆਂ ਰਹੀ ਕਿਸਾਨਾਂ ਨੂੰ ਲੈ ਕੇ, ਪੰਜਾਬ ਨੂੰ ਲੈ ਕੇ। ਪੰਜਾਬ ਦੇ ਵਿੱਚ ਗੱਲ ਹੁੰਦੀ ਹੈ ਜਦੋਂ ਵੀ ਕੇਂਦਰ ਕੋਈ ਫੈਸਲਾ ਲੈਂਦਾ ਕਿ ਆਹ ਫੈਸਲਾ ਕੇਂਦਰ ਦਾ ਜਿਹੜਾ ਹੈ ਉਹ ਪੰਜਾਬ ਮਾਰੂ ਹੈ, ਕਿਸਾਨ ਮਾਰੂ। ਦੇਖੋ, ਪੰਜਾਬ ਦੀ ਬਦਕਿਸਮਤੀ ਹੈ, ਮੇਰੇ ਖਿਆਲ ਮੈਂ ਤੁਹਾਡੇ ਸਾਰਿਆਂ 'ਚ ਉਮਰ 'ਚ ਵੱਡਾ, ਅਸੀਂ ਉਹ ਜ਼ਮਾਨਾ ਦੇਖਿਆ 1960 ਦੇ ਵਿੱਚ, ਜਦੋਂ ਅਸੀਂ ਛੋਟੇ ਸੀ। ਕਿਸੇ ਨੇ ਕਹਿ ਦਿੱਤਾ ਜੀ ਇਹ ਜਿਹੜੀ ਪਾਣੀ ਹੈ ਨਾ, ਭਾਖੜੇ ਤੋਂ ਨਹਿਰ ਨਿਕਲਦੀ ਹੈ, ਇਹਦੇ ਵਿੱਚੋਂ ਬਿਜਲੀ ਕੱਢ ਲਈ ਗਈ। ਅਸੀਂ 7-8 ਸਾਲ ਪਾਣੀ ਨਹੀਂ ਪੀਤਾ ਨਹਿਰ ਦਾ। ਫਿਰ ਸਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸੀ ਨਾ, ਉਹ ਸਾਨੂੰ ਇੱਥੇ 8 ਸੈਕਟਰ ਚੰਡੀਗੜ੍ਹੋਂ ਲੈ ਕੇ ਗਏ ਤੇ ਉਹਨਾਂ ਨੇ ਜਾ ਕੇ ਵਿਖਾਇਆ, ਕਹਿੰਦੇ ਉਹ ਤਾਂ ਘਰਾਟ ਵਾਂਗੂ ਚੱਲਦੀ ਆ ਯਾਰ, ਇਹਦੇ ਕੁਝ ਨਹੀਂ, ਬਿਜਲੀ ਕੱਢ ਹੀ ਨਹੀਂ ਸਕਦੇ। ਸੋ ਇਹ ਜਿਹੜਾ ਸਾਡੇ ਲੋਕ ਆ, ਇੱਥੇ ਐਸੇ ਲੋਕ ਬੈਠੇ ਨੇ ਜਿਨ੍ਹਾਂ ਨੇ ਕੇਵਲ ਤੇ ਕੇਵਲ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਪੰਜਾਬ ਨੂੰ ਹਮੇਸ਼ਾ ਹੀ ਬੋਇਲਿੰਗ ਰੱਖਿਆ। ਕੇਂਦਰ ਦੀ ਸਰਕਾਰ ਕਿਸੇ ਦੀ ਵੀ ਆ ਜਾਏ, ਇਹਨਾਂ ਨੇ ਕੋਈ ਨਾ ਕੋਈ ਜਿਹੜਾ ਇੱਥੇ ਪ੍ਰੋਬਲਮ ਖੜੀ ਰੱਖੀ ਹੈ। ਅੱਜ ਇਸੇ ਕਰਕੇ ਜਿੱਥੇ ਅੰਮ੍ਰਿਤਸਰ ਤੁਸੀਂ ਜਾਓ, ਜਿਹੜਾ ਕਿਸੇ ਵੇਲੇ ਇੰਡਸਟਰੀ ਦਾ ਹੱਬ ਹੁੰਦਾ ਸੀ, ਬਟਾਲਾ, ਛਿਆਟਾ, ਵੇਰਕਾ, ਸੁਲਤਾਨਵਿੰਡ, ਇੰਨੀ ਇੰਡਸਟਰੀ ਸੀਗੀ ਤੇ ਉਹ ਸਾਰੀ ਬੰਦ ਹੋ ਗਈ ਹੈ। ਔਰ ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸੇ ਦੇਖ ਲਓ, ਸੇਮ ਡਿਸਟੈਂਸ ਲਾਹੌਰ ਹੈ, ਉਹ ਉੱਥੋਂ ਦੀ ਸਟੇਟ ਹੈ। ਇਹ ਲੋਕਾਂ ਨੇ ਕਿਹਨਾਂ ਨੇ ਬੰਦ ਕਰਾਈ? ਹੂ ਆਰ ਦੋਜ਼ ਪੀਪਲ ਜਿਨ੍ਹਾਂ ਨੇ ਲਾਲ ਝੰਡਾ ਲਾ ਕੇ ਬਹਿ ਜਾਂਦੇ ਆ ਫੈਕਟਰੀ ਦੇ ਅੱਗੇ ਔਰ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਫੈਕਟਰੀ ਬੰਦ ਨਾ ਹੋ ਜਾਏ। ਅੱਜ ਵੀ ਸਵਰਾਜ ਮਾਜਦਾ ਲਿਮਟਿਡ ਦੇ ਬਾਹਰਲੇ ਪਾਸੇ ਤੁਸੀਂ ਜਾਓ, ਰੋਪੜ ਦੇ ਕੋਲ, ਤੇ ਉੱਥੇ 9 ਸਾਲ ਤੋਂ ਝੁੱਗੀ ਪਈ ਹੋਈ ਹੈ, DCM ਬੰਦ ਹੋ ਗਈ ਇਹਨਾਂ ਕਰਕੇ। ਸੋ ਅਸੀਂ ਜਿਹੜੀ ਹੈ, ਕੁਝ ਲੋਕਾਂ ਦਾ ਰੋਟੀ ਰੋਜ਼ੀ ਹੈ ਜਿਨ੍ਹਾਂ ਦਾ ਕੇਵਲ ਕੰਮ ਹੈ ਕਿ ਅੱਗ ਲਾ ਕੇ ਰੱਖਣੀ, ਐਜੀਟੇਸ਼ਨ ਖੜੀ ਕਰਕੇ ਰੱਖਣੀ, ਔਰ ਅਸੀਂ ਇੱਥੇ ਕੋਈ ਨਾ ਕੋਈ ਜਿਹੜੀ ਹੈ ਸਮੱਸਿਆ, ਉਹਨੂੰ ਲੋਕਾਂ ਦਾ ਕੇਂਦਰ ਦੇ ਨਾਲ ਟਕਰਾਵ ਰੱਖਣਾ, ਔਰ ਇਹ ਲੌਜੀਕਲੀ ਐਂਡ ਤੱਕ ਲੈ ਕੇ ਜਾਣ ਵਾਲਾ ਇਹਨਾਂ 'ਚੋਂ ਕੋਈ ਵੀ ਨਹੀਂ ਹੈਗਾ, ਕਿਉਂਕਿ ਇਹਨਾਂ ਕੋਲ ਕੁਝ ਵੀ ਬਦਲਾਵ ਨਹੀਂ ਹੈਗਾ। ਇਹ ਜਿਹੜੇ ਮੈਂ ਗੱਲ ਕਰ ਰਿਹਾ ਸੀਗਾ, ਇਹਨਾਂ ਲੋਕਾਂ ਨੇ ਜੇ ਬੰਗਾਲ ਦੇ ਵਿੱਚ ਰਾਜ ਕੀਤਾ ਤੇ ਬੰਗਾਲ ਦੀ ਅੱਜ ਕੀ ਹਾਲਤ ਹੈ, ਇਹਨਾਂ ਦੀ ਆਪਣੀਆਂ ਜ਼ਮਾਨਤਾਂ ਵੀ ਨਹੀਂ ਉੱਥੇ ਬਚੀਆਂ, ਉਹਨਾਂ ਦੀ ਇੱਕ ਸੀਟ ਵੀ ਨਹੀਂ ਆਈ। ਸੋ ਇਹ ਲੋਕ ਜਿਹੜੇ ਆ, ਇਹ ਖੇਤੀ ਨਾਲ ਸੰਬੰਧਿਤ ਗੱਲ ਕਰ ਲਾ, ਫਿਰ ਬਾਅਦ ਚ। ਸੋ ਇਸ ਕਰਕੇ ਪੰਜਾਬ ਨੂੰ ਜਿੱਥੇ ਵੀ ਵਿਕਾਸ ਹੋਣਾ ਉੱਥੇ ਅਮਨ ਚਾਹੀਦਾ। ਅਮਨ ਜਿਹੜਾ ਹੈ, ਇਹ ਜਿਹੜਾ ਸਾਰਿਆਂ ਦਾ ਸਾਂਝਾ ਪੰਜਾਬ ਹੈ,
ਇਹ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਆਖਿਆ ਸੀ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰਾਂ ਦੀ ਜਿਹੜੀ ਸਭਤਾ ਹੈ ਉਹ ਪ੍ਰੇਮ ਦੀ ਸਭਤਾ ਆ। ਪ੍ਰੇਮ ਨਾਲ ਹੀ ਇੱਥੇ ਦਾ ਵਿਕਾਸ ਹੋ ਸਕਦਾ ਹੈ। ਤੇ ਮੋਦੀ ਸਾਹਿਬ ਪੰਜਾਬ ਨੂੰ ਵੀ ਪਿਆਰ ਕਰਦੇ ਆ ਤੇ ਸਿੱਖਾਂ ਨੂੰ ਵੀ ਪਿਆਰ ਕਰਦੇ ਆ। ਸਰ ਜਿਹੜੀ ਆ ਸਕਦੀ ਹੈ ਜੀ, ਦੇਖੋ ਕੇਂਦਰ ਸਰਕਾਰ ਪੰਜਾਬ ਲਈ ਸਭ ਕੁਝ ਕਰਨ ਨੂੰ ਤਿਆਰ ਹੈ। ਇਹ ਤੁਸੀਂ ਬਿਲਕੁਲ ਕਹਿੰਦੇ ਹੋ, ਇੱਕ ਨਹੀਂ ਦੋ ਤਰ੍ਹਾਂ ਦੀਆਂ ਗੱਲਾਂ ਨੇ। ਕੱਲਾ ਪਾਣੀ ਪੀਣ ਯੋਗਾ ਨਹੀਂ ਰਹੇਗਾ, ਪਾਣੀ ਰਹੇਗਾ ਹੀ ਨਹੀਂ ਪੰਜਾਬ 'ਚ। ਜਿਸ ਤਰ੍ਹਾਂ ਅਸੀਂ ਤੁਰੇ ਹੋਏ ਆ ਝੋਨਾ ਤੇ ਦਾ ਪੈਡੀ ਦਾ ਸਰਕਲ ਤੇ ਵੀਟ ਸਰਕਲ ਦੇ ਨਾਲ, ਜਿਹੜਾ ਪਾਣੀ ਸਾਡਾ ਅਸੀਂ ਥੱਲਿਓਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਵਾਟਰ ਚਾਰਜਿੰਗ ਬੰਦ ਹੈਗੀ ਹੈ। ਜਿੰਨੇ ਟੋਭੇ ਸੀ ਪਿੰਡਾਂ 'ਚ ਉਹ ਸਾਰੇ ਪੂਰ ਦਿੱਤੇ ਗਏ। ਔਰ ਜਦੋਂ ਕਿ ਦੁਨੀਆ ਭਰ 'ਚ ਕਿਸੇ ਵੀ ਜਗ੍ਹਾ ਜਿਹੜੀ ਕ੍ਰੀਕ ਹੈਗੀ ਹੈ ਜਾਂ ਪਾਣੀ ਦਾ ਸਟੋਰੇਜ ਹੈ ਉਹਨੂੰ ਪੂਰਿਆ ਨਹੀਂ ਜਾਂਦਾ। ਇਹ ਸਾਡੇ ਇੱਥੇ ਇਕੱਲਾ ਹੋਇਆ। ਉਸ ਤੋਂ ਇਲਾਵਾ ਇਹ ਸਵਾਲ ਦਾ ਜਵਾਬ ਉਹਨਾਂ ਲੋਕਾਂ ਨੂੰ ਦੇਣਾ ਬਣਦਾ ਹੈ ਕਿ ਤੁਸੀਂ 100% ਇਰੀਗੇਸ਼ਨ ਦਾ ਇੰਤਜ਼ਾਮ ਪੰਜਾਬ 'ਚ ਕਿਉਂ ਨਹੀਂ ਕੀਤਾ। ਕੋਈ ਪ੍ਰਪੋਜ਼ਲ ਨਹੀਂ ਗਈ। ਅਸੀਂ ਵਾਟਰ ਕੰਜ਼ਰਵੇਸ਼ਨ ਤੇ ਕੋਈ ਕੰਮ ਨਹੀਂ ਹੋਇਆ। ਸਾਨੂੰ ਤਾਂ ਹੁਣ ਵੀ ਅਸੀਂ 1.5 ਸਾਲ ਪਿੱਛੇ 2 ਸਾਲ ਦੇਖਿਆ ਹੈ ਤੇ ਲਾਰੇ ਦੇਖੇ ਆ ਲੋਕਾਂ ਦੀਆਂ ਪਿਛਲੀਆਂ ਗੱਲਾਂ ਤੇ, ਲੇਕਿਨ ਜਿਹੜਾ ਅਸਲ ਕੰਮ ਹੋਣ ਵਾਲਾ ਸੀ ਕਿ ਵਾਟਰ ਕੰਜ਼ਰਵੇਸ਼ਨ ਤੇ ਕੰਮ ਹੁੰਦਾ, ਸਤਲੁਜ ਦੀ ਸਫਾਈ ਤੇ ਕੰਮ ਹੁੰਦਾ, ਰਾਵੀ ਦੇ ਪਾਣੀ ਦਾ ਕਿਸ ਤਰ੍ਹਾਂ ਅਸੀਂ ਜ਼ਿਆਦਾ ਇਸਤੇਮਾਲ ਕਰ ਸਕਦੇ ਹਾਂ, ਬਿਆਸ ਦਾ ਪਾਣੀ ਕਿਸ ਤਰ੍ਹਾਂ ਹੋ ਸਕਦਾ ਹੈ, ਗੰਦਾ ਨਾਲਾ ਕਿਵੇਂ ਸਾਫ਼ ਹੋ ਸਕਦਾ, ਸਮਾਜ ਨੂੰ ਸਹੀ ਰਾਹ ਲਾਉਣ ਵਾਸਤੇ ਔਰ ਚੰਗੇ ਕੰਮ ਕਰਨ ਵਾਸਤੇ ਪੰਜਾਬ 'ਚ ਸਾਰਿਆਂ ਲੋਕਾਂ ਨੂੰ ਇਕੱਠੇ ਮਿਲ ਕੇ ਚੱਲਣਾ ਪਏਗਾ। ਔਰ ਜਿਹੜੇ ਇਹ ਜੋ ਹੋ ਰਿਹਾ ਇਹ ਪੰਜਾਬ ਦੇ ਬਹੁਤਾ ਹਿੱਤ 'ਚ ਨਹੀਂ। ਇਹ ਸਿਵਾ ਡਿਵਾਈਡ ਕਰਕੇ ਅਸੀਂ ਕਦੇ ਸਮਾਜ ਨੂੰ ਅੱਗੇ ਨਹੀਂ ਵੱਧ ਸਕਦੇ। ਵਿਰੋਧੀ ਕਹਿ ਰਹੇ ਨੇ ਕਿ ਕੇਂਦਰ ਦੇਖੋ ਕੇਂਦਰ 2-3 ਗੱਲਾਂ ਤੁਸੀਂ ਕੀਤੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਪਾਣੀ ਦਾ ਮਸਲਾ ਹੈ, ਹਰ ਬੰਦਾ ਕੋਈ ਤੁਹਾਨੂੰ ਕਿਸੇ ਨੂੰ ਪਤਾ ਹੈ ਬਈ ਇਸ ਵੇਲੇ ਕਿਹੜੀ ਇੱਥੇ ਪੋਸਟ ਖਾਲੀ ਪਈ ਹੈ ਭਾਖੜਾ 'ਚ। 3 ਪੋਸਟਾਂ ਨੇ। ਇੱਕ ਤਾਂ ਚੇਅਰਮੈਨ ਜਨਰਲੀ ਬਾਹਰੋਂ ਲੱਗਦਾ। ਪਹਿਲੇ ਇੱਕ ਬ੍ਰਿਗੇਡੀਅਰ ਸਾਹਿਬ ਨੂੰ ਵੀ ਗੋਲੀ ਮਾਰ ਕੇ ਉਹਨਾਂ ਦਾ ਸ਼ਹੀਦ ਕਰ ਦਿੱਤਾ ਗਿਆ ਸੀ ਮਿਲੀਟੈਂਸੀ ਦੇ ਵਿੱਚ। ਪੰਜਾਬ ਦਾ ਚੇਅਰਮੈਨ ਕੋਈ देयर इज नो ਸੱਚ ਆਰਡਰ ਜਾਂ ਡਾਇਰੈਕਸ਼ਨ ਕਿ ਚੇਅਰਮੈਨ ਪੰਜਾਬ ਦਾ ਹੋਏਗਾ। ਪਹਿਲਾਂ ਫੌਜੀ ਅਫਸਰ ਲੱਗਦੇ ਰਹੇ ਜਾਂ ਦੂਜੇ ਬੰਦੇ। ਇੱਕ ਹੁੰਦਾ ਮੈਂਬਰ ਜਨਰੇਸ਼ਨ ਜਿਹੜਾ ਬਿਜਲੀ ਬਣਾਉਣ ਵਾਲਾ, ਇੱਕ ਮੈਂਬਰ ਇਰੀਗੇਸ਼ਨ ਹੁੰਦਾ। ਤੇ ਜਿਹੜਾ ਤਾਂ ਮੈਂਬਰ ਜਨਰੇਸ਼ਨ ਹੈ ਉਹ ਤਾਂ ਬਿਜਲੀ ਵਾਲਾ ਹੈਗਾ, ਉਹ ਤਾਂ ਪੰਜਾਬ ਦਾ ਆ। ਉਹ ਮੈਂ ਹੁਣ ਤੁਹਾਡੇ ਨਾਲ ਲੰਬੀ ਨਹੀਂ ਪਵਾਂਗਾ, ਲੋਕ ਝੂਠੇ ਹੋਣਗੇ, ਸ਼ਰਮ ਆਏਗੀ ਉਹਨਾਂ ਨੂੰ। ਉਹ ਅੱਜ ਵੀ ਹੈਗਾ ਆ ਔਰ ਉਹਦੀ 6 ਮਹੀਨੇ ਹਲੇ ਵੀ ਮਿਆਦ ਹੈਗੀ ਹੈ, ਕਿਤੇ ਨਹੀਂ ਗਿਆ। ਹੀ ਸਟਿਲ ਇਨ ਸਰਵਿਸ ਐਂਡ ਹੋਲਡਿੰਗ ਦੀ ਚਾਰਜ। ਹੀ ਇਜ਼ ਫਰਮ ਪੰਜਾਬ। ਦੀ ਪੋਸਟ ਇਜ਼ ਲਾਈਂਗ ਵੇਕੈਂਟ ਫਰਮ ਹਰਿਆਣਾ ਕਾਡਰ। ਜਿਹੜਾ ਮੈਂਬਰ ਇਰੀਗੇਸ਼ਨ ਦੀ ਪੋਸਟ ਖਾਲੀ ਹੈਗੀ ਹੈ, ਇਹ ਤਾਂ ਗੱਲ ਹਰਿਆਣੇ ਵਾਲਿਆਂ ਨੂੰ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੂੰ ਸਿਰਫ ਇਹ ਹੈ ਕਿ ਅਸੀਂ ਇੱਕ ਹਊਆ ਖੜਾ ਕਰ ਦਿੱਤਾ ਜਾਵੇ। ਹੁਣ ਹੋਇਆ ਕੀ ਹੈ, ਦੂਜੀ ਗੱਲ ਆ ਗਈ ਚੰਡੀਗੜ੍ਹ ਦੀ। ਚੰਡੀਗੜ੍ਹ 'ਚ ਰੌਲਾ ਕੀ ਸੀ ਕਿ ਮੈਂ ਲਿਖਿਆ ਵੀ ਸੀਗਾ ਕਿ ਜਿਹੜਾ 1980 ਦੇ ਵਿੱਚ ਅਸੀਂ ਸਰਵੇ ਸੀ, ਪੰਜਾਬ ਦੇ ਡੀਐਸਪੀ ਦੀ ਬੇਸਿਕ ਪੇ 940 ਰੁਪਏ ਸੀ ਤੇ ਏਐਸਪੀ ਆਈਪੀਐਸ ਅਫਸਰ ਦੀ 700 ਰੁਪਏ ਸੀ। ਤੇ ਹਰ ਜਿਹੜੇ EMPLOYEE ਸੀਗੇ ਦੂਜੇ, ਇਹਨਾਂ ਦੇ ਸਾਰੇ ਕਹਿੰਦੇ ਸੀ ਸਾਨੂੰ ਪੰਜਾਬ ਨਾਲ ਜੋੜੋ। ਅੱਜ ਹਾਲਤ ਇਹ ਹੈ ਕਿ ਪੰਜਾਬ ਦੇ ਵਿੱਚ 6ਵਾਂ ਪੇ ਕਮਿਸ਼ਨ ਲਾਗੂ ਹੀ ਨਹੀਂ ਹੋਇਆ। ਜੇ ਤੁਸੀਂ ਪੰਜਾਬ ਨੂੰ ਬਰਾਬਰੀ ਤੇ ਰੱਖਣਾ ਚਾਹੁੰਦੇ ਹੋ, ਤੇ ਮੈਂ ਵੀ ਸਰਵਿਸ ਕੀਤੀ ਹੈ, ਮੈਂ ਸਮਝਣਾ ਜਿਹੜੇ ਆਈਪੀਐਸ ਅਫਸਰ ਪੰਜਾਬ 'ਚ ਪੋਸਟ ਹੁੰਦੇ ਆ, ਆਈਏਐਸ ਅਫਸਰ ਪੰਜਾਬ 'ਚ ਪੋਸਟ ਹੁੰਦੇ ਆ, ਉਹਨਾਂ ਤੇ ਵੀ ਪੰਜਾਬ ਦਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਵਾਈ ਸ਼ੁੱਡ ਦੇ ਗੈਟ ਮੋਰ ਮਨੀ from on the pattern of the central employees? They should get the same pay as the Punjab government employees are getting. So ਅਸੀਂ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਕੋਈ ਇਨਸਾਫ ਜਿਹੜਾ ਹੈ ਹੋਣਾ ਚਾਹੀਦਾ। ਪੰਜਾਬ ਦੇ EMPLOYEES ਨੂੰ ਜੇ ਤੁਸੀਂ ਪ੍ਰੋਪਰ ਪੇ ਦਿਓ, ਜਿਹੜੇ ਸਕੇਲ ਚੀਫ ਸੈਕਟਰੀ ਲੈ ਰਿਹਾ, ਜਿਹੜਾ ਸਕੇਲ DGP ਲੈ ਰਿਹਾ, ਜਿਹੜੇ ਉਹੀ ਸਕੇਲ ਆਪਣੇ ਥੱਲੇ ਵਾਲਿਆਂ ਨੂੰ ਵੀ ਦਿਓ। ਔਰ ਜੇ ਉਹ ਆਪਣੀ ਤਨਖਾਹ ਮੰਗਦੇ ਆ ਕਿ ਸਾਨੂੰ ਤਨਖਾਹ ਦਿੱਤੀ ਜਾਵੇ, ਆਪਣੇ ਸੈਂਟਰ ਦੇ ਅਸੀਂ ਦਿੱਲੀ ਚੰਡੀਗੜ੍ਹ 'ਚ ਇਜ਼ ਅ ਯੂਨੀਅਨ ਟੈਰੀਟਰੀ ਐਂਡ ਵੀ ਸ਼ੁੱਡ ਗੈਟ ਦੀ ਸੇਮ ਪੇ ਐਜ਼ ਦ ਪੀਪਲ ਇਨ ਦਿੱਲੀ ਆਰ ਗੈਟਿੰਗ। ਕੀ ਫਰਕ ਪਿਆ ਹੈਗਾ? ਕੀ ਨਵਾਂ ਚੀਜ਼ ਆ ਗਈ?
ਸਿਰਫ ਇਸ ਕਰਕੇ ਹਵਾ ਖੜਾ ਕਰ ਦਿੱਤਾ ਗਿਆ ਕਿ ਅਸੀਂ ਕੋਈ ਨਾ ਕੋਈ ਬਹਾਨਾ ਲੱਭਣਾ ਕੇਂਦਰ ਨੂੰ ਬਦਨਾਮ ਕਰਨ ਦਾ ਔਰ ਪੰਜਾਬ ਦੇ ਲੋਕਾਂ ਨੂੰ ਲੜਾਉਣ ਦਾ, ਮੈਂਟਲੀ ਸਿਕ ਕਰਨ ਦਾ। ਅੱਜ ਹਾਲਤ ਇਹ ਹੈ, ਮੈਂ ਗੱਲ ਐਡ ਕਰ ਦੇਣੀ ਹੈ ਤੁਸੀਂ, ਕਿ ਪੰਜਾਬ ਦੇ ਵਿੱਚੋਂ ਲੋਕੀ ਨਾਕੇ ਲਾ ਰਹੇ ਆ ਕਿ ਅਸੀਂ ਹਿਮਾਚਲ ਦੀਆਂ ਬੱਸਾਂ ਨਹੀਂ ਆਉਣ ਦੇਣੀਆਂ। ਪੰਜਾਬ ਦੇ ਵਿੱਚ ਖਾਲਿਸਤਾਨ ਜਿਹੜੇ ਪਾਕਿਸਤਾਨ ਦੇ ਝੰਡੇ, ਉਹਨਾਂ ਦੇ ਬੈਲੂਨਸ ਆ ਰਹੇ ਆ। ਹਿਮਾਚਲ ਦੀਆਂ ਬੱਸਾਂ ਨੂੰ ਪੱਥਰਮਾਰੀ ਹੋ ਰਹੀ ਹੈ, ਤੋੜਿਆ ਜਾ ਰਿਹਾ। This is law and order situation being created in Punjab by those people who were helping them, those who are in power now. Why don't they take action? ਪੰਜਾਬ ਦੇ ਵਿੱਚ ਹਰ ਬੰਦਾ ਅਨਸੇਫ ਮਹਿਸੂਸ ਕਰਨ ਲੱਗਾ ਜਿਸ ਦਿਨ ਦੀ ਇਹ ਜਿਹੜੀ ਨਵੀਂ ਚੇਂਜ ਆਈ ਹੈ। ਸੋ ਬੇਸਿਕਲੀ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੱਲਾਂ ਕੀਤੀਆਂ ਜਾ ਰਹੀਆਂ ਨੇ। ਦਾ ਚੰਡੀਗੜ੍ਹ ਇਜ਼ ਪਾਰਟ ਆਫ ਪੰਜਾਬ, ਚੰਡੀਗੜ੍ਹ ਵਿਲ ਰਿਮੇਨ ਵਿਦ ਪੰਜਾਬ ਐਂਡ ਵੀ ਆਰ ਆਲ ਸਿਟਿੰਗ ਹੀਅਰ। ਸੋ ਅਸੀਂ ਇਹ ਖਰੜ ਤਹਿਸੀਲ ਦਾ ਹਿੱਸਾ ਹੈ। ਪਹਿਲਾਂ ਡਿਸਾਈਡ ਹੋ ਚੁੱਕਾ ਹੈ ਹਰਚੰਦ ਸਿੰਘ ਲੌਂਗੋਵਾਲ ਤੇ ਰਾਜੀਵ ਲੌਂਗੋਵਾਲ ਸਮਝੌਤੇ 'ਚ। ਉਦੋਂ ਕਾਂਗਰਸ ਨੇ ਸਮਝੌਤਾ ਲਾਗੂ ਨਹੀਂ ਕੀਤਾ। 1970 ਦੇ ਵਿੱਚ ਇੰਦਰਾ ਗਾਂਧੀ ਹੈਡ ਡਿਸਾਈਡਡ ਕਿ ਇਟ ਸ਼ੁੱਡ ਬੀ ਹੈਂਡਡ ਓਵਰ ਟੂ ਪੰਜਾਬ। ਸੋ ਇਹ ਜਿਹੜਾ ਆ ਇਹਦਾ ਇੱਕੋ ਹੀ ਤਰੀਕਾ ਆ। ਚੰਡੀਗੜ੍ਹ ਇਜ਼ ਪਾਰਟ ਆਫ ਦੀ ਪੰਜਾਬ। ਇਟ ਹੈਜ਼ ਬੀਨ ਡਿਸਾਈਡਡ in the Rajiv Longowal Accord and that accord should have been implemented। ਜੇ ਕਾਂਗਰਸ ਸਿਰਸੀਅਰ ਦੀ ਯਤਨ ਕਰਦੀ ਜਿੰਦੀ ਵਾਰ 1985 ਤੋਂ ਬਾਅਦ ਇਹ ਇਨ ਪਾਵਰ ਰਹੇ ਆ। ਤੁਹਾਨੂੰ ਲੱਗਦਾ ਨਹੀਂ ਮੈਂ ਸਰਕਾਰ ਆਉਂਦੀ ਤੇ ਫਿਰ ਇਥੋਂ ਵਾਸਤੇ ਫੰਡ ਜਾਰੀ ਹੁੰਦੇ ਨਾ। ਗੱਲ ਇਹ ਹੈ ਕਿ ਨਾ ਤਾਂ ਅਸੀਂ ਇਸ ਤਰ੍ਹਾਂ ਦੇ ਵਾਅਦੇ ਕਰਦੇ, ਨਾ ਅਸੀਂ ਕੀਤੇ ਆ। ਜਿਹੜੇ ਵਾਅਦੇ ਉਹਨਾਂ ਨੇ ਕੀਤੇ ਆ ਪਹਿਲਾਂ ਤਾਂ ਇਹ ਦੱਸਣ। ਉਹ ਤਾਂ ਜਿਹੜਾ ਕੇਜਰੀਵਾਲ ਸਾਹਿਬ ਦੀਆਂ ਸਟੇਟਮੈਂਟਾਂ ਹੈਗੀਆਂ ਕਿ ਮੈਂ ਤਾਂ 53,000 ਕਰੋੜ ਦਾ ਮੇਰੇ ਕੋਲ ਆਲਰੇਡੀ ਪ੍ਰੋਵੀਜ਼ਨ ਹੈਗੀਆਂ ਤੇ ਮੈਨੂੰ ਤਾਂ 50, ਮੈਂ ਤਾਂ ਸਾਰਾ ਕੁਝ ਸੋਚ ਸਮਝ ਕੇ ਫੈਸਲਾ ਕੀਤਾ। ਆਈ ਵੁੱਡ ਬੀ ਸੇਵਿੰਗ ਸਮ ਮਨੀ। ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਗੱਲਾਂ ਤੇ ਉਹਨਾਂ ਨੂੰ ਪੂਰੇ ਉਤਰਨਾ ਚਾਹੀਦਾ। ਅਸੀਂ ਤਾਂ ਉਹਨਾਂ ਨੂੰ ਨਹੀਂ ਕਿਹਾ ਕਿ ਤੁਸੀਂ ਝੂਠੇ ਵਾਅਦੇ ਕਰੋ ਤੇ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ। ਅਸੀਂ ਤਾਂ ਨਹੀਂ ਕਿਹਾ। ਉਹ ਤਾਂ ਹੁਣ ਡੈਮੋਕ੍ਰੈਟਿਕ ਰਾਈਟ ਵੀ ਨਹੀਂ ਦੇ ਰਿਹਾ ਲੋਕਾਂ ਨੂੰ ਮੁਜ਼ਾਹਰਾ ਕਰਨ ਦਾ। ਜੇ ਟੀਚਰਾਂ ਨੇ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਉੱਤੇ ਨੋਟਿਸ ਵੀ ਜਾਰੀ ਕਰ ਦਿੱਤਾ ਕਿ ਇਹਨਾਂ ਦੀ ਛੁੱਟੀ ਕੈਂਸਲ ਕਰੋ ਐਂਡ ਦੇ ਸ਼ੁੱਡ ਬੀ ਡੈਲਟ ਡਿਪਾਰਟਮੈਂਟਲੀ। ਇਹ ਤਾਂ ਸਾਰੀ ਜਗ੍ਹਾ ਹੋਇਆ, ਕਿਸਾਨਾਂ ਉੱਤੇ ਦਿੱਲੀ 'ਚ ਵੀ ਤਾਂ ਕੀਤੇ ਗਏ ਪਰਚੇ। ਜਿਹੜੇ ਕਿਸਾਨਾਂ ਦੇ ਪਰਚੇ ਹੋਏ, ਕੋਈ ਪਹਿਲੀ ਗੱਲ ਹੈ ਵੀ ਵਰ ਦੇ ਫਾਰਮਰਸ। ਜੇ ਉਹ ਫਾਰਮਰ ਹੁੰਦੇ ਤੇ ਜ਼ਮਾਨਤਾਂ ਜ਼ਬਤ ਨਾ ਹੁੰਦੀਆਂ ਪੰਜਾਬ 'ਚ। ਹਾਂਜੀ ਚਲੋ ਸਰ, ਤੁਸੀਂ ਵੱਡੇ ਸਵਾਲ ਕਰਦੇ। ਹੁਣ ਰਾਜੀਵ ਗਾਂਧੀ ਲੌਂਗੋਵਾਲ ਸਮਝੌਤੇ ਦੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏ, ਕੀ ਇਸ ਦੀ ਤੁਸੀਂ ਡਿਮਾਂਡ ਕਰੋਗੇ ਸੈਂਟਰ ਨੂੰ? ਦੇਖੋ ਅਸੀਂ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਹੈ, ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਜਿਹੜੀਆਂ ਲੋਕ ਲੁਭਾਊ ਗੱਲਾਂ ਹੋਣ। ਅਸੀਂ ਬਾਤਚੀਤ ਨਾਲ ਗੱਲ ਕਰਦੇ ਹਾਂ। ਅਸੀਂ ਆਪਣੇ ਜਦੋਂ ਵੀ ਸੀਨੀਅਰ ਲੀਡਰਸ ਨੂੰ ਮਿਲਦੇ ਹਾਂ, ਅਸੀਂ ਪੰਜਾਬ ਦਾ ਹਰ ਸਮੱਸਿਆ ਉਹਨਾਂ ਦੇ ਧਿਆਨ 'ਚ ਲਿਆਉਂਦੇ ਹਾਂ ਔਰ ਪੰਜਾਬ ਦਾ ਵਿਕਾਸ ਤੇ ਸਿੱਖੀ ਦਾ ਪ੍ਰਮੋਸ਼ਨ, ਹਾਲੇ ਕਿ ਮੈਨੂੰ ਇਹ ਸ਼ਬਦ ਯੂਜ਼ ਨਹੀਂ ਕਰਨਾ ਚਾਹੀਦਾ, ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਮੋਦੀ ਸਾਹਿਬ ਦਾ ਏਜੰਡਾ ਹੈ। ਬਿਕੋਜ਼ ਉਹ ਆਪ ਸਿੱਖ ਧਰਮ ਨੂੰ ਪਿਆਰ ਕਰਦੇ ਆ ਔਰ ਮੈਨੂੰ ਜਿਹੜੀ ਦੇਰ ਮੈਂ ਚੇਅਰਮੈਨ ਰਿਹਾ ਨੈਸ਼ਨਲ ਮਿਨੋਰਟੀ ਕਮਿਸ਼ਨ ਦਾ, ਆ ਹੁਣ ਵੀ ਰੌਲਾ ਪੈਂਦਾ ਸੀ, ਮੈਂ ਤਾਂ ਆਰਡਰ ਕੀਤਾ ਹੋਇਆ ਕਿ ਕੜਾ ਨਾ ਕਿਸੇ ਦਾ ਲਾਇਆ ਜਾਵੇ। ਚੰਡੀਗੜ੍ਹ 'ਚ ਹੀ ਹੋਇਆ ਸੀਗਾ ਇੱਥੇ ਨੀਟ ਦੇ ਐਗਜ਼ਾਮ ਦੇ ਵਿੱਚ, ਤੇ ਮੈਂ ਉਦੋਂ ਹੀ ਆਰਡਰ ਕੀਤਾ ਹੋਇਆ ਸਾਰੇ ਦੇਸ਼ ਵਿੱਚ ਕਿ ਕਿਸੇ ਦਾ ਕੜਾ ਨਾ ਲਾਇਆ ਜਾਵੇ, ਕਿਸੇ ਦੀ ਨਾ 2 ਘੰਟੇ ਪਹਿਲਾਂ ਬੁਲਾਇਆ ਜਾਵੇ। ਜਿਸ ਅਫਸਰ ਨੇ ਵੀ ਇਹਨੇ ਕੀਤਾ ਉਹਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਅਸੀਂ ਤਾਂ ਕੋਈ ਐਸੀ ਵਿਤਕਰੇ ਵਾਲੀ ਗੱਲ ਨਹੀਂ। ਆਈ ਹੈਵ ਬੀਨ ਟੂ ਆਲ ਦੀ ਪਲੇਸਿਸ ਜਿੱਥੇ ਵੀ ਸਿੱਖਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ, ਅਸੀਂ ਜਾਂਦੇ ਹਾਂ, ਉੱਥੇ ਗੱਲ ਕਰਦੇ ਹਾਂ। ਸੋ ਇਹ ਡਿਮਾਂਡ ਕਰਦੇ ਹੋ ਜੀ ਚੰਡੀਗੜ੍ਹ ਨੂੰ ਲੈ ਕੇ? ਅਸੀਂ ਡਿਮਾਂਡ ਕਿਹਦੇ ਕੋਲ ਕਰਨੀ? ਅਸੀਂ ਤਾਂ ਆਪ ਹੀ ਉਹਦਾ ਇੱਕ ਹਿੱਸਾ ਹੈ। ਤੁਹਾਨੂੰ ਦੱਸਿਆ ਅਸੀਂ ਕੱਲ ਅਸੀਂ ਕੋਈ ਅਸੀਂ ਮੈਂ ਤਾਂ ਤੁਹਾਨੂੰ ਕਹਿ ਦਿੱਤਾ ਕਿ ਚੰਡੀਗੜ੍ਹ ਹੈ ਹੀ ਪੰਜਾਬ ਦਾ, ਹੈ ਹੀ ਪੰਜਾਬ ਦਾ। ਪੰਜਾਬ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ। ਤੁਸੀਂ ਕਹਿੰਦੇ ਹੋ, ਤੁਸੀਂ ਭਾਜਪਾ ਵੱਲੋਂ ਕਹਿ ਰਹੇ ਹੋ ਕਿ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਚਾਹੀਦਾ। ਇਹ ਅਗਲਾ ਸ਼ਬਦ ਨਾ ਪਾਓ। ਪਹਿਲਾਂ ਜਿਹੜਾ ਮੈਂ ਕਹਿ ਰਿਹਾ ਉਹ ਇਹ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ।
ਹਾਂਜੀ, ਔਰ ਚੰਡੀਗੜ੍ਹ ਪੰਜਾਬ ਦਾ ਹੀ ਰਹੇਗਾ। ਠੀਕ ਹੈ, ਗੱਲ ਸੁਣੋ। ਹਾਂਜੀ, ਭਾਜਪਾ ਇੱਥੇ ਭਾਜਪਾ ਦੇ ਮੇਅਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਹਾਊਸ ਹੋਇਆ ਸਪੈਸ਼ਲ, ਉਹਦੇ ਵਿੱਚ ਇੱਕ ਮੰਗ ਕੀਤੀ ਗਈ ਵਿਧਾਨ ਸਭਾ ਬਣਾਇਆ ਜਾਵੇ, ਯੂਟੀ ਨੂੰ ਯੂਟੀ ਰਹਿਣ ਦਿੱਤਾ ਜਾਵੇ, ਤੇ ਪੰਜਾਬ ਦੀ ਮੰਗ ਨੂੰ ਉਹਨਾਂ ਨੇ ਤਰਕਨਾਰ ਕੀਤਾ। ਗੱਲ ਇਹ ਹੈ, ਪਿਛਲੇ ਦਿਨਾਂ ਦੀ ਗੱਲ ਇਸ ਗੱਲ ਦਾ ਜਵਾਬ ਉਹਨਾਂ ਨੂੰ ਦੇਣਾ ਪੈਣਾ ਜਿਹੜੇ ਬੰਦੇ ਨੇ ਇਹਦਾ ਜਵਾਬ ਦਿੱਤਾ। ਜਿਹੜਾ ਮੈਂ ਗੱਲ ਕੀਤੀ ਸੀ ਇਹ ਕਿ ਜੇ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਹੀ ਨਹੀਂ ਦਿਓਗੇ ਤੇ ਮੁਲਾਜ਼ਮ ਤੁਹਾਡੀ ਜ਼ਰੂਰ ਗੱਲ ਨੱਪਣਗੇ ਕਿ ਸਾਨੂੰ ਭਾਈ ਦੂਜੇ ਹੀ ਚੰਗੇ ਗੁਆਂਢੀ। ਜੇ ਆਪਣੇ ਬੱਚੇ ਨੂੰ ਖੁਸ਼ ਰੱਖੋਗੇ ਤੇ ਉਹ ਬੱਚਾ ਜਿਹੜਾ ਆ ਉਹ ਤੁਹਾਡੇ ਮਾਂ-ਬਾਪ ਦੇ ਲੱਤਾਂ ਨੂੰ ਲੱਗ ਕੇ ਰਹੇਗਾ। ਯਾਨੀ ਮੁਲਾਜ਼ਮ ਬਣਦੇ ਦੇਖੋ ਸਰ, ਇੱਕ ਦੀ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਔਰ ਲਗਾਤਾਰ ਤੁਸੀਂ ਕਿਹਾ ਕਿ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਬਦਤਰ ਹੁੰਦੇ ਜਾ ਰਹੇ ਨੇ। ਖਾਸ ਤੌਰ ਤੇ ਮੀਡੀਆ ਦੀ ਆਜ਼ਾਦੀ ਤੇ ਵੀ ਕੁਝ ਬੰਦਿਸ਼ਾਂ ਲਗਾਈਆਂ ਜਾ ਰਹੀਆਂ। ਖਾਸ ਤੌਰ ਤੇ ਪੀਵੀ ਸਿੰਘ ਦੀ ਗੱਲ ਕਰੀਏ ਤਾਂ ਐਮਡੀ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਅਰੈਸਟ ਕਰ ਲਿਆ ਗਿਆ। ਸਿਆਸੀ ਬਦਲਾਖੋਰੀ ਜਿਹੜੀ ਹੈਗੀ ਕਿਸ ਤਰੀਕੇ ਨਾਲ ਚੱਲ ਰਹੀ ਹੈ, ਉਸ ਤੇ ਕੀ ਕਹਿਣਾ ਤੁਹਾਡਾ? ਦੇਖੋ, ਜਿੱਥੇ ਤਾਂ ਜਿਹੜਾ ਕਿਸੇ ਤੇ ਮੁਕੱਦਮਾ ਦਰਜ ਹੁੰਦਾ 154 CRPC ਦੇ ਤਹਿਤ ਦਰਜ ਹੁੰਦਾ ਔਰ 173 CRPC ਦੇ ਵਿੱਚ ਉਹਦਾ ਤੁਸੀਂ ਅਲਟੀਮੇਟਲੀ ਰਿਪੋਰਟ ਕੋਰਟ ਨੂੰ ਸਬਮਿਟ ਕਰਨੀ ਪੈਂਦੀ ਹੁੰਦੀ ਹੈ। ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਤੇ ਮੇਰੀ ਟਿੱਪਣੀ ਕਰਨੀ ਵਾਜਬ ਨਹੀਂ, ਲੇਕਿਨ ਜੋ ਕਤਲੋਗਾਰਤ ਇੱਥੇ ਹੋ ਰਹੀ ਹੈ, ਜਿਸ ਤਰ੍ਹਾਂ ਬੇਖੌਫ ਲੋਕਾਂ ਨੂੰ ਮਾਰਿਆ ਜਾ ਰਿਹਾ, ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਮੈਂ ਸਮਝਦਾ ਹਰ ਬੰਦੇ ਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ। ਮੈਂ ਤਾਂ FBI ਨਾਲ ਅਮਰੀਕਾ 'ਚ ਵੀ ਕੰਮ ਕੀਤਾ ਔਰ ਉੱਥੇ ਪਹਿਲਾਂ ਸਬੂਤ ਇਕੱਠੇ ਕਰਦੇ ਆ, ਫਿਰ ਬੰਦੇ ਨੂੰ ਗ੍ਰਿਫਤਾਰ ਕਰਦੇ ਆ। ਇਫ ਦੇ ਹੈਵ ਸਫੀਸ਼ੀਐਂਟ ਐਵੀਡੈਂਸ ਟੂ ਚਲਾਨ ਏ ਪਰਸਨ, ਆਈ ਥਿੰਕ ਦੇ ਸ਼ੁੱਡ ਗਿਵ ਇਟ ਓਪਨਲੀ। ਦੱਸ ਦੇਣਾ ਚਾਹੀਦਾ ਕਿ ਆਹ ਐਵੀਡੈਂਸ ਹੈਗੀ ਹੈ। ਅਦਰਵਾਈਜ਼ ਕਿਸੇ ਨੂੰ ਸ਼ੱਕ ਦੇ ਆਧਾਰ ਤੇ ਜਦ ਤੱਕ ਤੁਸੀਂ ਸਬਸਟੈਂਸ਼ੀਏਟ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਨਾ ਕਰੋ। ਦੂਜੇ ਪਾਸੇ ਇਸ ਤਰ੍ਹਾਂ ਦਾ ਵੀ ਕੇਸ ਹੈਗੇ ਆ ਜਿੱਥੇ ਇਹ the girls were raped in a school in Anandpur Sahib constituency ਔਰ ਉਹਦੀ ਵੀਡੀਓਜ਼ ਬਣੀਆਂ ਹੋਈਆਂ ਨੇ, ਰਿਕਾਰਡ ਤੇ ਹੈਗੀਆਂ, ਪਰ ਇਹਨਾਂ ਨੇ ਉਹ ਬੰਦੇ ਨੂੰ ਫੜ ਕੇ ਜੇਲ੍ਹ ਭੇਜਤਾ, ਗੱਲ ਅੱਗੇ ਕੀਤੀ ਨਹੀਂ। ਉਹ ਕੇਸ ਕਿਉਂ ਨਹੀਂ ਜਿਹੜਾ is thoroughly investigated and all those people who were blackmailing those young girls be booked ਔਰ ਉਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇੱਕ ਦੀ ਗੱਲ ਨਹੀਂ ਨਾ ਹੈ, ਤੁਸੀਂ ਕਰੋ ਤਾਂ ਇਨਸਾਫ ਸਾਰਿਆਂ ਨਾਲ ਕਰੋ। ਸੋ ਉਹ ਕਿਉਂ ਨਹੀਂ ਹੋ ਰਿਹਾ? ਉਹਨੇ ਕਿਉਂ ਬਚਾਇਆ ਜਾ ਰਿਹਾ ਉਹਨਾਂ ਕ੍ਰਿਮੀਨਲਸ ਨੂੰ? ਐਂਡ ਹੂ ਆਰ ਦੋਜ਼ ਕ੍ਰਿਮੀਨਲਸ? ਦੇ ਸ਼ੁੱਡ ਬੀ ਬ੍ਰੌਟ ਟੂ ਬੁੱਕਸ। ਜੇ ਕਿਸੇ ਨੂੰ ਲੋੜ ਹੋਏਗੀ ਤਾਂ ਮੈਂ ਵੀਡੀਓ ਵੀ ਦੇ ਦਾਂਗਾ, ਮੇਰੇ ਕੋਲ ਹੈਗੀ ਹੈ। ਐਂਡ ਆਲ ਸੈਂਡ ਮਾਫੀਆ ਐਂਡ ਦੂਜਾ ਜਿਹੜਾ ਤੁਹਾਡਾ ਹੈ ਜੋ ਕੁਝ ਹੋ ਰਿਹਾ ਹੈ, ਸੋ ਇਹ ਤੁਸੀਂ ਬਾਹਰ ਨਿਕਲ ਕੇ ਦੇਖੋ। ਅਸੀਂ ਪਿੰਡਾਂ 'ਚ ਰਹਿੰਦੇ ਹਾਂ, ਸਾਨੂੰ ਪਤਾ ਹੈ ਕਿ ਇਹ ਜਿਹੜੀਆਂ ਗੱਲਾਂ ਕਰਨੀਆਂ ਹੋਰ ਨੇ, ਅਸਲ ਕੰਮ ਕਰਨਾ ਹੋਰ ਹੈ। ਤੇ ਉਹੀ ਜਿਹੜੀ ਹੈ ਹਲੇ ਸਮਾਂ ਆਏਗਾ, ਫਿਰ ਆਪਾਂ ਤੁਹਾਡੇ ਨਾਲ ਬੈਠਾਂਗੇ ਤੇ ਦੱਸਾਂਗੇ ਕਿ ਇਹ ਜਿਹੜੀ ਹੈ ਗੱਲ ਕਰ ਲੈਣੀ ਬੜੀ ਸੌਖੀ ਹੁੰਦੀ ਹੈ ਔਰ ਉਸ ਗੱਲ ਨੂੰ ਡਿਲੀਵਰ ਕਰਨਾ ਬਹੁਤ ਔਖਾ ਹੈ। ਅਸੀਂ ਸਿੰਪਲ ਇੰਨੀ ਗੱਲ ਹੈ ਕਿ ਵੀ ਵਾਂਟ ਟੂ ਪ੍ਰਮੋਟ ਦੀ ਐਗਰੀਕਲਚਰ, ਜਿਹਦੇ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਉਹਦੇ ਲਈ ਮੋਦੀ ਸਾਹਿਬ ਕਮਿਟਡ ਹੈਗੇ ਆ, ਪੰਜਾਬ ਦੇ ਵਿਕਾਸ ਲਈ ਕਮਿਟਡ ਹੈਗੇ ਆ, ਚੰਡੀਗੜ੍ਹ ਪੰਜਾਬ ਦਾ ਹੈਗਾ ਆ, ਕੋਈ ਅਸੀਂ ਉਹਦੇ 'ਚ ਕੋਈ ਦੋ ਰਾਵਾਂ ਵਾਲੀ ਗੱਲ ਨਹੀਂ। ਵੀ ਵਾਂਟ ਟੂ ਪ੍ਰਮੋਟ ਐਗਰੀਕਲਚਰ, ਵੀ ਵਾਂਟ ਟੂ ਪ੍ਰਮੋਟ ਦੀ ਇਰੀਗੇਸ਼ਨ ਸਿਸਟਮ, ਜਿਹੜਾ ਇਹਦੇ 'ਚ ਤੁਹਾਨੂੰ ਪ੍ਰੈਸ ਨੋਟ ਜਾਏਗਾ, ਇਹਦੇ 'ਚ ਵੀ ਹੈਗਾ। ਸੋ ਐਵਰੀ ਇੰਚ ਆਫ ਏ ਲੈਂਡ ਵਿਲ ਬੀ ਇਰੀਗੇਟਿਡ।